ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। ਜਪਜੀ ਸਾਹਿਬ ਜੀ ਦੇ ਅਰਥ, ਉਚਾਰਨ, ਵਿਸ਼ਰਾਮ ਤੇ ਪ੍ਰਮਾਣ ਸਰਵਣ ਕਰ ਰਹੇ ਹਾਂ। ਅਰਥ ਦਾ ਮਤਲਬ ਹੁੰਦਾ ਮੀਨਿੰਗ, ਉਚਾਰਨ ਦਾ ਮਤਲਬ ਪ੍ਰੋਨਾਂਸੀਏਸ਼ਨ, ਵਿਸ਼ਰਾਮ ਦਾ ਪੰਕਚੁਏਸ਼ਨ, ਪ੍ਰਮਾਣ ਦਾ ਮਤਲਬ ਹੁੰਦਾ ਐਗਜ਼ਾਮਪਲ। ਐਗਜ਼ਾਮਪਲ ਮੀਨਸ, ਪ੍ਰਮਾਣ ਮੀਨਸ ਜਿਵੇਂ ਕੋਈ ਸਾਖੀ ਨਾਲ ਸੁਣਾ ਦੇਣੀ, ਜਾਂ ਸਾਖੀ ਅਸੀਂ ਪੜ੍ਹਦੇ ਕੋਈ ਐਗਜ਼ਾਮਪਲ ਦੇਣੀ ਗੁਰਬਾਣੀ ਦੀ ਪੰਗਤੀ ਦੀ ਸਾਖੀ ਦੇ ਨਾਲ, ਜਾਂ ਕਿਸੇ ਰਾਜੇ ਮਹਾਰਾਜੇ ਦੀ ਜਾਂ ਕਿਸੇ ਹੋਰ ਦਾ ਪ੍ਰਮਾਣ ਦਿੱਤਾ ਜਾਂਦਾ। ਸੋ ਇਸ ਤਰ੍ਹਾਂ ਤੋਂ ਵਿਦਵਾਨ ਪੁਰਸ਼ਾਂ ਨੇ ਗੁਰਬਾਣੀ ਨੂੰ ਸਮਝਣ ਵਾਸਤੇ ਤਿੰਨ ਤਰ੍ਹਾਂ ਦੇ ਵਿਸ਼ਰਾਮ ਮੰਨੇ ਆ। ਉਂਝ ਗੁਰਬਾਣੀ ਦੇ ਵਿੱਚ ਇੱਕੋ ਹੀ ਵਿਸ਼ਰਾਮ ਲੱਗਿਆ ਹੋਇਆ, ਫੁੱਲ ਸਟਾਪ ਜਿਹਨੂੰ ਕਹਿੰਦੇ ਆਪਾਂ, ਦੋ ਡੰਡੀਆਂ ਲਾਸਟ ਦੇ ਉੱਤੇ। ਗੁਰਬਾਣੀ ਦੀ ਹਰ ਪੰਗਤੀ ਦੇ ਲਾਸਟ ਤੇ ਦੋ ਡੰਡੀਆਂ ਲੱਗੀਆਂ। ਪਰ ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ ਇਸ ਤਰ੍ਹਾਂ ਤਿੰਨ ਵਿਸ਼ਰਾਮ ਮੰਨੇ ਆ। ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. ਅਰਧ ਵਿਸ਼ਰਾਮ means a slightly longer pause. Then ਅਲਪ ਵਿਸ਼ਰਾਮ। ਪੂਰਨ ਵਿਸ਼ਰਾਮ means a full stop. ਵਿਸ਼ਰਾਮ means pause, ਥੋੜਾ ਰੋਕਣਾ। ਸੋ ਇਸ ਤਰ੍ਹਾਂ ਇਹ ਜੋ ਗੁਰਬਾਣੀ ਦੇ ਅਸੀਂ ਅਰਥ ਕਰ ਰਹੇ ਹਾਂ, ਉਹ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਮੁਤਾਬਕ ਤੇ ਫਰੀਦਕੋਟ ਵਾਲੇ ਟੀਕੇ ਦੇ ਮੁਤਾਬਕ ਪਰਸਨਲੀ ਇਹਨਾਂ ਦਾ ਅਰਥਾਂ ਦਾ ਹਿਸਾਬ ਰੱਖਿਆ ਜਾਂਦਾ। ਪਰ ਹੋਰ ਵੀ ਨਾਲ ਅਰਥਾਂ ਦੀ ਸਹਾਇਤਾ ਲਈ ਆ, ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਕੋਸ਼, ਅਤੇ ਰਾੜਾ ਸਾਹਿਬ ਦਾ ਜੋ ਉਹਨਾਂ ਨੇ ਇੱਕ ਐਪ ਬਣਾਈ ਆ, ਗੁਰਬਾਣੀ ਐਕਸਪਲੋਰਰ ਈਸ਼ਰ ਮਾਈਕਰੋਮੀਡੀਆ। ਉਹਦੇ ਵਿੱਚ ਵੀ ਚੰਗੇ ਸੋਹਣੇ ਅਰਥ ਲਿਖੇ ਆ ਤਰੀਕੇ ਦੇ ਨਾਲ, ਬਟ ਥੋੜੇ ਸ਼ਾਰਟ ਕਰਕੇ ਲਿਖੇ ਆ। ਤਾਂ ਇਹਨਾਂ ਚਾਰਾਂ ਨੂੰ ਅਤੇ ਹੋਰ ਵੀ ਵਿਦਵਾਨਾਂ ਦੇ ਮਹਾਂਪੁਰਖਾਂ ਦੇ ਵਿਚਾਰਾਂ ਨੂੰ ਲੈ ਕੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ 10 ਪਾਠ ਲਿਖੇ ਹੋਏ ਆ ਅਰਥਾਂ ਸਮੇਤ, ਭਾਈ ਮਨੀ ਸਿੰਘ ਦੀ ਸੰਸਥਾ ਅਮੀਰ ਭੰਡਾਰ ਦੇ ਮੁਤਾਬਕ ਵੀ ਅਰਥ ਇਹਦੇ ਲਏ ਗਏ ਆ। ਸਾਰੇ ਅਰਥਾਂ ਨੂੰ ਮਿਲਾ ਕੇ ਫਿਰ ਉਸ ਦੇ ਹਿਸਾਬ ਦੇ ਨਾਲ ਸ਼ਾਰਟ ਦੇ ਵਿੱਚ 1-2 ਲਾਈਨਾਂ ਲਿਖੀਆਂ ਹਨ। ਸੋ ਹੁਣ ਤੱਕ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 19 ਪੌੜੀਆਂ ਦੇ ਅਰਥ, ਉਚਾਰਨ ਤੇ ਵਿਸ਼ਰਾਮ ਅਸੀਂ ਸਰਵਣ ਕਰ ਚੁੱਕੇ ਹਾਂ। ਹੁਣ ਅਸੀਂ 20ਵੀਂ ਪੌੜੀ ਦਾ ਅਰਥ ਸਰਵਣ ਕਰਦੇ ਹਾਂ। 19 ਪੌੜੀਆਂ ਹੁਣ ਤੱਕ ਕੀਤੀਆਂ ਹਨ ਅਸੀਂ। ਇਸ ਤੋਂ ਅੱਗੇ ਆਪਾਂ 19 ਪੌੜੀਆਂ ਤੋਂ ਅੱਗੇ ਹੁਣ ਅਰਥ, ਵਿਸ਼ਰਾਮ ਤੇ ਉਚਾਰਨ ਸਰਵਣ ਕਰਦੇ ਹਾਂ ਜੀ। ਭਰੀਐ ਹੱਥ ਪੈਰ ਤਨ ਦੇਹ। ਇਸ ਪੰਕਤੀ ਦੇ ਵਿੱਚ ਇੱਕੋ ਹੀ ਵਿਸ਼ਰਾਮ ਹੈ, ਭਰੀਆ ਤੇ ਰੁਕਣਾ। ਭਰੀਐ ਵਿਸ਼ਰਾਮ, ਹੱਥ ਪੈਰ ਤਨ ਦੇਹ। ਹੁਣ ਇੱਥੇ ਸਾਡੇ ਕੋਲ ਥੋੜੀ ਗਲਤੀ ਹੋ ਜਾਂਦੀ ਆ, ਅਸੀਂ ਬੋਲਦੇ ਹਾਂ ਭਰੀਐ ਹੱਥ ਪੈਰ ਤਨ ਦੇ, ਦੱਦੇ ਨੂੰ ਲਾਵਾਂ ਬੋਲਦੇ ਹਾਂ ਖਾਲੀ, ਓਨਲੀ।
ਬਟ ਅਸੀਂ ਹਾ ਨਹੀਂ ਬੋਲਦੇ, ਦੱਦੇ ਲਾਂ ਹਾ। ਇਹ ਦੱਦੇ ਦੇ ਨਾਲ ਹਾ ਵੀ ਲੱਗਿਆ ਹੋਇਆ, ਪਰ ਅਸੀਂ ਬੋਲਦੇ ਨਹੀਂ ਆ। ਬੋਲਣਾ ਚਾਹੀਦਾ ਸਾਨੂੰ, ਰੋਂਗ ਉਚਾਰਨ ਆ ਉਹਦਾ। ਜੇ ਅਸੀਂ ਨਹੀਂ ਬੋਲਾਂਗੇ ਤਾਂ ਰੋਂਗ ਉਹਦੀ ਪ੍ਰੋਨਾਂਸੀਏਸ਼ਨ ਬਣੂਗੀ, ਰੋਂਗ ਉਚਾਰਨ ਬਣੂਗਾ। ਸਾਨੂੰ ਦੇ ਹਾ ਬੋਲਣਾ ਪੈਣਾ। ਬਟ ਹਾ ਪੂਰਾ ਨਹੀਂ ਬੋਲੀਦਾ ਹੁੰਦਾ, ਥੋੜਾ ਜਿਹਾ ਬੋਲੀਦਾ ਹੁੰਦਾ। ਦੇਹ ਹੋ ਬੋਲਣ ਲੱਗਿਆ ਥੱਲੇ ਵਾਲੇ ਬੁੱਲ ਨੂੰ ਅੰਦਰ ਨੂੰ ਖਿੱਚਣਾ, ਥੱਲੇ ਵਾਲੇ ਲਿਪਸ ਨੂੰ ਅੰਦਰ ਨੂੰ ਖਿੱਚਣਾ, ਹਵਾ ਵੀ ਥੋੜੀ ਜਿਹੀ ਅੰਦਰ ਨੂੰ ਖਿੱਚਣੀ ਆ। ਜੇ ਅਸੀਂ ਹਵਾ ਬਾਹਰ ਨੂੰ ਕੱਢਾਂਗੇ ਤਾਂ ਜਿਹੜੀ ਸਾਡੀ ਸਾਊਂਡ ਆ ਉਹ ਥੋੜੀ ਜਿਹੀ ਲੌਂਗ ਹੋ ਜਾਊਗੀ। ਲੌਂਗ ਸਾਊਂਡ ਨਹੀਂ ਦੇਣੀ, ਸ਼ਾਰਟ ਸਾਊਂਡ ਦੇਣੀ ਆ ਹਾ ਦੀ। ਭਰੀਆ ਹੱਥ ਪੈਰ ਤਨ ਦੇਹ ਦੇਹ ਦੇਹ, ਇਸ ਤਰ੍ਹਾਂ ਭਰੀਆ ਹੱਥ ਪੈਰ ਤਨ ਦੇਹ। ਸੋ ਇਸ ਪੰਕਤੀ ਦਾ ਅਰਥ ਹੈ, ਜੇਕਰ ਹੱਥ ਪੈਰ ਅਤੇ ਹੋਰ ਸਾਰਾ ਸਰੀਰ ਮਿੱਟੀ ਘੱਟੇ ਨਾਲ ਭਰ ਜਾਏ, ਬੋਡੀ ਇਜ਼ ਫਿਲਡ ਬਾਈ ਡਸਟ ਜਾਂ ਡਰਟੀ ਕਹਿ ਲਓ। ਜੇਕਰ ਹੱਥ ਪੈਰ ਅਤੇ ਹੋਰ ਸਾਰਾ ਸਰੀਰ ਮਿੱਟੀ ਘੱਟੇ ਨਾਲ ਭਰ ਜਾਏ ਤਾਂ ਫਿਰ ਅਸੀਂ ਕੀ ਕਰਦੇ ਹਾਂ? ਅਗਲੀ ਪੰਕਤੀ, ਪਾਣੀ ਧੋਤਾ ਉਤਰ ਸਖੇਹ। ਓਕੇ, ਧੋਤਾ ਤੇ ਵਿਸ਼ਰਾਮ ਆਊਗਾ ਇੱਥੇ। ਪਾਣੀ ਧੋਤਾ ਵਿਸ਼ਰਾਮ, ਉਤਰ ਸੁਖੇਹ। ਖੇ ਨਹੀਂ ਬੋਲਣਾ, ਖੇ ਅਰਥ ਭਾਵੇਂ ਖੇ ਮਿੱਟੀ ਬਣੂਗਾ, ਬਟ ਹਾ ਸਾਊਂਡ ਕਰਾਂਗੇ ਅਸੀਂ। ਖੇਹ ਜਿਵੇਂ ਪਹਿਲਾਂ ਬੋਲਿਆ ਸੀ, ਦੇਹ ਖੇਹ ਦੇਹ ਖੇਹ ਖੇਹ ਖੇਹ। ਉਹ ਸਿੱਖਣ ਵਾਸਤੇ ਥੋੜੀ ਜਿਹੀ ਲੰਮੀ ਸਾਊਂਡ ਲੌਂਗ ਸਾਊਂਡ ਦਿੰਦੇ ਆਪਾਂ। ਹੁਣ ਜੇ ਨੋਰਮਲੀ ਰੂਟੀਨ 'ਚ ਅਸੀਂ ਪੜ੍ਹਦੇ ਹਾਂ, ਪਾਣੀ ਧੋਤਾ ਉਤਰ ਸਿੱਖੇਹ, ਇਹ ਸਿੱਖਣ ਵਾਸਤੇ ਥੋੜਾ ਜਿਹਾ ਖੇਹ ਖੇਹ ਐ ਬੋਲ ਰਿਹਾ ਮੈਂ, ਸਿੱਖਣ ਵਾਸਤੇ, ਸਿਖਾਉਣ ਵਾਸਤੇ। ਓਕੇ, ਇਹੀ ਗਲਤੀ ਹੈ, ਹੋਰ ਬਾਕੀ ਠੀਕ ਹੈ ਸਾਰਾ। ਪਾਣੀ ਧੋਤਾ ਉਤਰ ਸਿੱਖੇਹ, ਇਸ ਦਾ ਅਰਥ ਹੈ, ਆਪ ਉੱਥੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਵੀ ਜੇਕਰ ਸਾਰਾ ਸਰੀਰ ਸਾਡਾ ਮਿੱਟੀ ਘੱਟੇ ਨਾਲ ਭਰ ਜਾਏ ਤਾਂ ਫਿਰ ਕੀ ਕਰੀਏ? ਤਾਂ ਉਹ ਮਿੱਟੀ ਘੱਟਾ ਪਾਣੀ ਨਾਲ ਧੋ ਕੇ ਉਤਾਰ ਲਈਦਾ ਹੈ। ਉਤਰਸ ਦਾ ਮਤਲਬ ਉਤਾਰ ਲੈਣਾ, ਲਾ ਦੇਣਾ। ਖੇਹ ਮਤਲਬ ਮਿੱਟੀ ਹੋ ਗਈ। ਧੋਤੇ ਦਾ ਮਤਲਬ ਧੋਣਾ ਹੋ ਗਿਆ, ਧੋ ਕੇ। ਪਾਣੀ ਮਤਲਬ ਪਾਣੀ, ਪਾਣੀ ਨਾਲ ਧੋ ਕੇ ਉਹ ਮਿੱਟੀ ਘੱਟਾ ਉਤਾਰ ਦੇਈਦਾ ਹੈ। ਦੈਨ ਮੂਤ ਪਲੀਤੀ ਕੱਪੜ ਹੋਏ। ਇੱਥੇ ਗੁਰੂ ਨਾਨਕ ਦੇਵ ਜੀ ਨੇ ਦੋ ਉਦਾਹਰਨਾਂ ਦਿੱਤੀਆਂ। ਪਹਿਲਾਂ ਦਿੱਤੀ ਹੈ ਮਿੱਟੀ ਘੱਟੇ ਦੀ ਉਦਾਹਰਨ, ਵੀ ਜੇ ਮਿੱਟੀ ਘੱਟਾ ਸਾਡੇ ਸਰੀਰ ਨੂੰ ਲੱਗ ਜਾਏ ਤਾਂ ਅਸੀਂ ਨੋਰਮਲ ਪਾਣੀ ਦੇ ਨਾਲ ਧੋ ਕੇ ਸਾਫ਼ ਕਰ ਲੈਂਦੇ ਹਾਂ। ਬਟ ਜੇ ਸਾਡੀ ਬੋਡੀ ਨੂੰ ਕੋਈ ਡੋਟ ਲੱਗ ਜਾਏ, ਕਲਰ ਦਾ ਡੋਟ ਜਾਂ ਪਿਸ਼ਾਬ ਦਾ ਡੋਟ ਲੱਗ ਜਾਏ, ਪਿਸ਼ਾਬ ਦਾ ਜੋ ਡ੍ਰੌਪ ਲੱਗ ਜਾਏ ਤਾਂ ਦਾਗ ਪੈ ਜਾਂਦਾ ਹੈ ਨਾ। ਇਹਨਾਂ ਪੰਕਤੀਆਂ ਵਿੱਚ ਹੁਣ ਗੁਰੂ ਸਾਹਿਬ ਜੀ ਕਹਿੰਦੇ ਵੀ ਪੱਕਾ ਨੋਰਮਲ ਮਿੱਟੀ ਉਂਝ ਧੋਤੀ ਜਾਂਦੀ ਹੈ, ਬਟ ਜਿਹੜੇ ਪਰਮਾਨੈਂਟ ਡੋਟ ਜਾਂ ਥੋੜ੍ਹੇ ਡਾਰਕ ਡੋਟ ਲੱਗ ਜਾਣ ਤਾਂ ਫਿਰ ਅਸੀਂ ਉਸ ਨੂੰ ਕਿਵੇਂ ਧੋਵਾਂਗੇ? ਸੋ ਇਹ ਪੰਕਤੀ ਜਿਹੜੀ ਹੈਗੀ, ਮੂਤ ਪਲੀਤੀ ਕੱਪੜ ਹੋਏ, ਪਲੀਤੀ ਤੇ ਵਿਸ਼ਰਾਮ ਆਊਗਾ। ਮੂਤ ਪਲੀਤੀ ਵਿਸ਼ਰਾਮ, ਕੱਪੜ ਹੋਏ, ਇਸ ਤਰ੍ਹਾਂ ਦਾ ਉਚਾਰਨ ਕਰਨਾ। ਉਚਾਰਨ ਸਹੀ ਹੈ, ਵਿਸ਼ਰਾਮ ਪਲੀਤੀ ਤੇ ਲਾਉਣਾ। ਸੋ ਗੁਰੂ ਜੀ ਇਸ ਪੰਕਤੀ ਵਿੱਚ ਕਹਿੰਦੇ ਆ ਵੀ ਜੇਕਰ ਪਿਸ਼ਾਬ ਨਾਲ ਕੱਪੜਾ ਗੰਦਾ ਜਾਂ ਅਪਵਿੱਤਰ ਹੋ ਜਾਏ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ? ਅਸੀਂ ਕੀ ਕਰਦੇ ਹਾਂ? ਦੇ ਸਾਬੂਨ ਲਈਏ ਉਹ ਧੋਏ। ਸਾਬੁਣ ਤੇ ਵਿਸ਼ਰਾਮ ਆਊਗਾ। ਸਾਬੂਣ, ਸਾਬਣ ਨਹੀਂ ਕਹਿਣਾ ਇਹਨੂੰ, ਸਾਬੂਣ। ਬੱਬੇ ਨੂੰ ਦੁਲੈਂਕੜ ਲੱਗੀ ਹੋਈ ਹੈ ਤਾਂ ਬੂ ਕਰਕੇ ਬੋਲਾਂਗੇ ਆਪਾਂ, ਦੇ ਸਾਬੂਣ, ਹੈ ਨਾ। ਇਸ ਦੇ ਜਿਹੜੇ ਉਚਾਰਨ ਹੈਗੇ ਆ, ਸਾਬਣ ਤੇ ਵਿਸ਼ਰਾਮ ਆਊਗਾ, ਸਾਬੁਣ ਤੇ ਜਿਹੜਾ ਇਹਦਾ ਉਚਾਰਨ ਹੈ ਸਾਬੂਣ ਬੋਲਣਾ। ਫਿਰ ਅੱਗੇ ਲਈਏ ਉਹ ਧੋਏ, ਤਾਂ ਊੜੇ ਦਾ ਮੂੰਹ ਖੁੱਲਾ, ਹਾਹੇ ਨੂੰ ਔਂਕੜਾ ਅਸੀਂ ਥੋੜੀ ਜਿਹੀ ਲੌਂਗ ਸਾਊਂਡ ਦੇਵਾਂਗੇ ਦੋਨਾਂ ਅੱਖਰਾਂ ਨੂੰ, ਊੜੇ ਨੂੰ ਤੇ ਹਾਹੇ ਨੂੰ। ਓਹੋ ਓਹੋ ਓਹੋ। ਲਈਏ ਉਹ ਧੋਏ ਨਹੀਂ ਬੋਲਣਾ, ਲਈਏ ਉਹ ਧੋਏ, ਲਈਏ ਉਹ ਧੋਏ,
ਹੈ ਨਾ। ਆਪਾਂ ਨਾਰਮਲ ਲੈਂਗੁਏਜ ਯੂਜ਼ ਨਹੀਂ ਕਰਨੀ ਗੀ, ਜਿਵੇਂ ਆਪਾਂ ਕਹਿਣਾ ਉਹ ਕਹਿੰਦਾ ਸੀਗਾ, ਉਹ ਆ ਗਿਆ, ਹੈ ਨਾ। ਅੱਖਰ ਉਹੀ ਹੁੰਦਾ ਊੜੇ ਔਂਕੜ ਹਾਹਾ, ਬਟ ਅਸੀਂ ਨਾਰਮਲ ਲੈਂਗੁਏਜ 'ਚ ਹਾਹਾ ਨਹੀਂ ਬੋਲਦੇ, ਪਰ ਗੁਰਬਾਣੀ 'ਚ ਸਾਨੂੰ ਬੋਲਣਾ ਪੈਣਾ। ਊੜੇ ਨੂੰ, ਊੜੇ ਦਾ ਮੂੰਹ ਖੁੱਲ੍ਹਾ, ਜਦੋਂ ਊੜੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਉਹ ਹੋੜੇ ਦੀ ਸਾਊਂਡ ਦਿੰਦਾ, ਓ ਹੋ, ਓਹੋ ਐਂ ਬੋਲਣਾ, ਹਾਹੇ ਨੂੰ ਔਂਕੜ ਓਹੋ, ਓਹੋ, ਓਹੋ। ਓਕੇ, ਕਰੈਕਟ ਸਾਊਂਡ ਹੈ ਇਹ। ਰੌਂਗ ਸਾਊਂਡ ਹੈਗੀ ਓ, ਉਹ ਰੌਂਗ ਪ੍ਰੋਨਾਊਂਸੀਏਸ਼ਨ ਹੈ, ਬਟ ਕਰੈਕਟ ਪ੍ਰੋਨਾਊਂਸੀਏਸ਼ਨ ਹੈਗੀ ਓਹੋ। ਓਕੇ, ਦੇ ਸਾਬੁਣ ਲਈਏ ਓਹੋ ਧੋਏ, ਐਂ ਬੋਲਣਾ। ਇਸ ਦਾ ਅਰਥ ਹੈ, ਹੁਣ ਗੁਰੂ ਜੀ ਨੇ ਉਤਲੀ ਪੰਗਤੀ ਵਿੱਚ ਕਿਹਾ ਸੀ ਵੀ ਜੇ ਕੱਪੜੇ ਨੂੰ ਪਿਸ਼ਾਬ ਲੱਗ ਜਾਏ ਤਾਂ ਫਿਰ ਅਸੀਂ ਕੀ ਕਰਦੇ ਹਾਂ, ਸਾਨੂੰ ਕੀ ਕਰਨਾ ਚਾਹੀਦਾ। ਫਿਰ ਹੁਣ ਦੱਸਦੇ ਗੁਰੂ ਜੀ, ਕਹਿੰਦੇ ਤਾਂ ਉਸ ਕੱਪੜੇ ਨੂੰ ਸਾਬਣ ਨਾਲ ਧੋ ਕੇ ਸਾਫ਼ ਤੇ ਪਵਿੱਤਰ ਕਰ ਲਈਦਾ। ਹੁਣ ਦੋ ਗੱਲਾਂ ਕਹੀਆਂ ਗੁਰੂ ਜੀ ਨੇ, ਵੀ ਜੇ ਸਰੀਰ ਤੇ ਮਿੱਟੀ ਲੱਗ ਗਈ ਤਾਂ ਨੋਰਮਲ ਪਾਣੀ ਨਾਲ ਧੋ ਕੇ ਲਾ ਦਿਓ। ਜੇ ਕੋਈ ਦਾਗ ਲੱਗ ਗਿਆ, ਪਰਮਾਨੈਂਟ ਦਾਗ ਲੱਗ ਗਿਆ ਹੈ, ਤਾਂ ਫਿਰ ਅਸੀਂ ਉਸ ਨੂੰ ਕਿਵੇਂ ਲਾਵਾਂਗੇ, ਉਸ ਨੂੰ ਸਾਬਣ ਨਾਲ ਲਾਉਣਾ ਪੈਣਾ, ਹੈ ਨਾ। ਕੱਪੜਾ ਵੀ ਅਸੀਂ ਇਸ ਤਰ੍ਹਾਂ ਸਾਬਣ ਲਾ ਕੇ ਸਾਫ਼ ਕਰ ਸਕਦੇ ਹਾਂ, ਅਤੇ ਸਰੀਰ ਨੂੰ ਮਿੱਟੀ ਲੱਗੀ ਉਹ ਪਾਣੀ ਨਾਲ ਧੋ ਕੇ ਸਾਫ਼ ਕਰ ਸਕਦੇ ਹਾਂ। ਹੁਣ ਗੁਰੂ ਨਾਨਕ ਦੇਵ ਜੀ ਸਾਨੂੰ ਅੱਗੇ ਸਮਝਾਉਂਦੇ ਆ ਵੀ ਇਹ ਤਾਂ ਬਾਹਰ ਦੀ ਗੱਲ ਹੈ, ਇਹ ਬਾਹਰ ਹੈ, ਮਿੱਟੀ ਬਾਹਰ ਲੱਗ ਗਈ, ਪਾਣੀ ਨਾਲ ਧੋ ਲਿਆ, ਪਿਸ਼ਾਬ ਲੱਗ ਗਿਆ ਕੱਪੜੇ ਨੂੰ, ਜਾਂ ਹੋਰ ਕੋਈ ਗੰਦੀ ਚੀਜ਼ ਲੱਗ ਗਈ ਕੱਪੜੇ ਨੂੰ, ਅਸੀਂ ਸਾਬਣ ਨਾਲ ਧੋ ਲਈ, ਬਾਹਰ ਦੀ ਗੱਲ ਆ। ਹੁਣ ਗੁਰੂ ਸਾਹਿਬ ਜੀ ਅੰਦਰ ਦੀ ਗੱਲ ਕਰਦੇ ਆ, ਕਹਿੰਦੇ ਭਰੀਐ ਮਤ ਪਾਪਾ ਕੈ ਸੰਗ। ਇਸ ਪੰਗਤੀ ਦੇ ਵਿੱਚ ਮਤ ਤੇ ਵਿਸ਼ਰਾਮ ਆਉਣਾ, ਮਤ ਤੇ ਵਿਸ਼ਰਾਮ ਆਊਗਾ, ਤੇ ਉਚਾਰਨ ਸਾਰਿਆਂ ਦਾ ਸਾਰਾ ਠੀਕ ਹੈ, ਬਟ ਇੱਥੇ ਪਾਪਾ ਲਿਖਿਆ, ਪਾਪਾ ਜਿਹੜਾ ਅਸੀਂ ਆਪਾਂ ਮੰਮੀ ਡੈਡੀ ਵਾਲਾ ਪਾਪਾ ਬੋਲਦੇ ਨਾ, ਉਹ ਪਾਪਾ ਹੁੰਦਾ। ਪਾਪਾ ਨੂੰ ਵੀ ਥੋੜਾ ਜਿਹਾ ਹੈਵੀ ਕਰ ਦਿੰਦੇ ਆ, ਦੂਜੇ ਪੱਪੇ ਨੂੰ ਵੀ ਹੈਵੀ ਕਰਕੇ ਥੋੜਾ ਜਿਹਾ ਪ੍ਰੈਸ਼ਰ ਦੇ ਕੇ ਬੋਲਦੇ ਆ ਪਾਪਾ, ਹੈ ਨਾ। ਬਟ ਇਹ ਇੱਥੇ ਹੁਣ ਕਈ ਤਾਂ ਕਹਿੰਦੇ ਜੀ ਪਾਪਾ ਬੋਲਣਾ ਚਾਹੀਦਾ, ਪਾਪਾ ਕੈ ਸੰਗ, ਪਰ ਦੂਜੇ ਪੱਪੇ ਦੇ ਕੰਨੇ ਨੂੰ ਬਿੰਦੀ ਨਹੀਂ ਲੱਗੀ ਹੋਈ, ਇਸ ਕਰਕੇ ਸਾਨੂੰ ਉਚਾਰਨ ਉਵੇਂ ਕਰਨਾ ਪਊਗਾ, ਪਰ ਮੰਮੀ ਡੈਡੀ ਵਾਲੇ ਪਾਪੇ ਨਾਲ ਥੋੜੀ ਜਿਹੀ ਸਾਊਂਡ ਚੇਂਜ ਕਰਨੀ ਪਊਗੀ ਸਾਨੂੰ। ਇੱਦਾਂ ਪਾਪਾ ਕੈ ਸੰਗ, ਪਾਪਾ, ਪਾਪਾ ਮੰਮੀ ਡੈਡੀ ਵਾਲਾ ਪਾਪਾ, ਤੇ ਪਾਪਾ ਇੱਕ ਹੋ ਗਿਆ ਭੋਲਾ ਜਿਹਾ ਪਾਪਾ, ਇਹ ਹੋ ਗਿਆ ਪਾਪਾਂ ਵਾਲੀ ਪਾਪ, ਜਿਹੜੇ ਪਾਪ ਹੁੰਦੇ ਆ, ਤਾਂ ਅਸੀਂ ਪਾਪਾ ਹੀ ਬੋਲਾਂਗੇ। ਪਾਪਾ ਰੌਂਗ ਸਾਊਂਡ ਹੈ, ਬਿੰਦੀ ਆਪਦੇ ਕੋਲੋਂ, ਜੇ ਹੁਣ ਅਸੀਂ ਕਦੇ ਤਾਂ ਕਿਤੇ ਤਾਂ ਕਹਿ ਦਿੰਦੇ ਆ ਬਿੰਦੀ ਲਾਓ ਜੀ, ਕਿਤੇ ਕਹਿ ਦਿੰਦੇ ਨਹੀਂ ਲਾਉਣੀ ਜੀ, ਜੇ ਲੱਗੀ ਆ ਤਾਂ ਲਾਓ, ਨਹੀਂ, ਉਸ ਦਾ ਉਚਾਰਨ ਉਵੇਂ ਕਰੋ। ਅਰਥ ਭਾਵੇਂ ਪਾਪਾ ਹੀ ਬਣਦਾ ਹੈ, ਬਟ ਉਚਾਰਨ ਅਸੀਂ ਵਿਦਆਊਟ ਬਿੰਦੀ ਹੀ ਕਰਾਂਗੇ। ਭਰੀਐ ਮਤ ਪਾਪਾ ਕੈ ਸੰਗ, ਇਸ ਤਰ੍ਹਾਂ। ਤਾਂ ਇਸ ਦਾ ਅਰਥ ਬਣਦਾ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਐਗਜ਼ਾਮਪਲ ਦਿੱਤੀਆਂ ਦੋ, ਪਹਿਲਾਂ ਮਿੱਟੀ ਘੱਟੇ ਦੀ ਤੇ ਪਿਸ਼ਾਬ ਦੀ। ਹੁਣ ਕਹਿੰਦੇ ਵੀ ਜੇ ਸਾਡੀ ਮੱਤ ਇਸੇ ਤਰ੍ਹਾਂ ਹੀ, ਜੇ ਸਾਡੀ ਮੱਤ ਬੁੱਧੀ ਪਾਪਾਂ ਦੀ ਮੈਲ ਨਾਲ ਭਰ ਜਾਏ, ਜੇ ਸਾਡੀ ਬੁੱਧੀ ਪਾਪਾਂ ਦੀ ਮੈਲ ਨਾਲ ਭਰ ਜਾਏ, ਭਰੀਐ ਮੱਤ, ਜੇ ਸਾਡੀ ਮੱਤ, ਭਰੀਐ ਮਤਲਬ ਭਰ ਜਾਏ, ਮਤ ਮਤਲਬ ਬੁੱਧੀ ਜਾਂ ਮਤ ਮਨ, ਪਾਪਾ ਕੈ ਸੰਗ, ਪਾਪਾਂ ਦੇ ਨਾਲ ਭਰ ਜਾਏ, ਤਾਂ ਫਿਰ ਕੀ ਕਰਾਂਗੇ। ਗੁਰੂ ਜੀ ਕਹਿੰਦੇ ਉਹ ਧੋਪੈ ਨਾਵੈ ਕੈ ਰੰਗ, ਧੋਪੈ ਤੇ ਵਿਸ਼ਰਾਮ ਆਊਗਾ, ਉਹ ਧੋਪੈ ਵਿਸ਼ਰਾਮ, ਨਾਵੈ ਕੈ ਰੰਗ। ਜਿਵੇਂ ਅਸੀਂ ਬੋਲਿਆ ਸੀ ਨਾ ਪਿੱਛੇ, ਲਈਐ ਉਹ ਧੋਏ, ਇਵੇਂ ਇਸ ਨੂੰ ਵੀ ਉਹ ਬੋਲਣਾ, ਉਹ ਨਹੀਂ ਬੋਲਣਾ, ਐ ਨਹੀਂ ਕਹਿਣਾ ਉਹ ਧੋਪੈ, ਐ ਨਹੀਂ ਆਖਣਾ, ਇਹ ਰੌਂਗ ਪ੍ਰੋਨਾਊਂਸੀਏਸ਼ਨ ਹੈ, ਰੌਂਗ ਉਚਾਰਨ ਹੈ, ਰੌਂਗ ਸਾਊਂਡ ਹੈ। ਉਹ ਕਹਿਣਾ, ਉਹ ਨਹੀਂ ਕਹਿਣਾ ਉਹ ਧੋਪੈ ਨਾਵੈ ਕੈ ਰੰਗ, ਐ ਨਹੀਂ ਬੋਲਣਾ ਅਸੀਂ ਬੋਲਣਾ ਉਹ ਧੋਪੈ ਨਾਵੈ ਕੈ ਰੰਗ, ਇਸ ਤਰ੍ਹਾਂ ਬੋਲਣਾ ਅਸੀਂ, ਉਹ ਧੋਪੈ ਨਾਵੈ ਕੈ ਰੰਗ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਸਾਡੀ ਮੱਤ ਪਾਪਾਂ ਦੇ ਨਾਲ ਭਰ ਜਾਏ ਤਾਂ ਅਸੀਂ ਫਿਰ ਕੀ ਕਰਾਂਗੇ, ਤਾਂ ਅਸੀਂ ਉਸ ਨੂੰ ਨਾਮ ਸਿਮਰਨ ਰੂਪੀ ਸਾਬਣ ਨਾਲ ਧੋ ਕੇ, ਨਾਮ ਸਿਮਰਨ ਰੂਪੀ ਸਾਬਣ ਦੇ ਨਾਲ ਸਾਫ਼ ਤੇ ਪਵਿੱਤਰ ਕਰ ਸਕਦੇ ਹਾਂ।
ਨਾਮ ਦੀ ਸਾਬਣ ਲੈ ਕੇ ਸ਼ਰਧਾ ਤੇ ਪ੍ਰੇਮ ਦੇ ਪਾਣੀ ਨਾਲ ਧੋ ਲਓ। ਠੀਕ ਹੈ ਨਾ। ਨਾਮ ਇੱਕ ਸਾਬਣ ਹੈ ਤੇ ਜਿਹੜੀ ਸ਼ਰਧਾ ਇਹ ਇੱਕ ਪਾਣੀ ਹੈ ਸਾਡੇ ਅੰਦਰ ਨੂੰ ਧੋਣ ਵਾਸਤੇ। ਜੇ ਸ਼ਰਧਾ ਨਾ ਹੋਵੇ ਤੇ ਨਾਮ ਵੀ ਜਪੀ ਜਾਓ ਤੁਸੀਂ, ਕੱਪੜੇ ਤੇ ਇਕੱਲੀ ਸਾਬਣ ਹੀ ਘਸਾਈ ਜਾਓ ਤੇ ਕੱਪੜਾ ਸਾਫ਼ ਕਿਵੇਂ ਹੋਊਗਾ? ਜੇ ਬੰਦੇ ਦੇ ਮਨ ਵਿੱਚ ਬਾਣੀ ਦੇ ਪ੍ਰਤੀ, ਗੁਰੂ ਜੀ ਦੇ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਨਾ ਹੋਵੇ ਨਾ, ਤੇ ਫਿਰ ਉਹ ਕੱਲਾ ਨਾਮ ਵੀ ਨਹੀਂ ਸਾਡੇ ਸਰੀਰ ਤੇ ਕੰਮ ਕਰਦਾ। ਅਸੀਂ ਦੇਖਦੇ ਹਾਂ ਹੁਣ ਅੱਜ ਕੱਲ੍ਹ ਦੇ ਜ਼ਮਾਨੇ 'ਚ ਕਿੰਨੀ ਦੁਨੀਆ ਪਾਠ ਪੂਜਾ ਕਰਦੀ ਆ। ਹੁਣ ਨੈੱਟ ਦਾ ਜ਼ਮਾਨਾ ਆ ਗਿਆ, ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ, ਥਾਂ ਥਾਂ ਤੇ ਕਈ ਤਰ੍ਹਾਂ ਦੀਆਂ ਬਾਣੀਆਂ, ਕਿੰਨੀਆਂ ਬਾਣੀਆਂ ਪਈਆਂ ਹੋਈਆਂ। ਗੁਰਦੁਆਰਿਆਂ ਵਿੱਚ ਵੀ ਅੱਗੇ ਨਾਲੋਂ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ। ਦਾਨ ਪੁੰਨ ਕਰਨ ਵਾਲੇ ਵੀ ਬਹੁਤ ਜ਼ਿਆਦਾ ਹੋ ਗਏ, ਗੁਰਦੁਆਰੇ ਵੀ ਬਹੁਤ ਵੱਡੇ ਵੱਡੇ ਬਣ ਗਏ। ਸਾਰਾ ਕੁਝ ਹੈ ਪਰ ਇਸ ਦੇ ਵਿੱਚ ਸ਼ਰਧਾ ਹੈ ਨਹੀਂ ਗੀ। ਅੱਗੇ ਲੋਕ ਥੋੜੀ ਜੀ ਬਾਣੀ ਪੜ੍ਹਦੇ ਸੀ ਪਰ ਸ਼ਰਧਾ ਨਾਲ ਪੜ੍ਹਦੇ ਸੀ। ਕੱਚੇ ਗੁਰਦੁਆਰੇ ਹੁੰਦੇ ਸੀ ਪਰ ਸ਼ਰਧਾ ਨਾਲ ਜਾਂਦੇ ਸੀ। 2 ਰੁਪਏ ਦਾਨ ਕਰਦੇ ਸੀ ਪਰ ਸ਼ਰਧਾ ਨਾਲ ਕਰਦੇ ਸੀ। ਗ੍ਰੰਥ ਤੇ ਕਿਤਾਬਾਂ ਪੜ੍ਹਦੇ ਹੁੰਦੇ ਸੀ ਬਾਜ਼ਾਰ ਚੋਂ ਖਰੀਦ ਕੇ, ਸ਼ਰਧਾ ਨਾਲ ਪੜ੍ਹਦੇ ਹੁੰਦੇ ਸੀ। ਹੁਣ ਤਾਂ ਫੋਨਾਂ ਦੇ ਵਿੱਚ ਬਾਣੀ ਪਾਈ ਹੋਈ ਹੈ, ਮੇਰੇ ਵਰਗਿਆਂ ਨੇ ਸਾਰਿਆਂ ਨੇ ਪਾਈ ਹੈ, ਮੈਂ ਵੀ ਪਾਈ ਹੋਈ ਹੈ, ਤੇ ਉਹੀ ਰੋਟੀ ਖਾਂਦੇ ਹੱਥ ਲਾਈ ਜਾਂਦੇ ਆ। ਉਹੀ ਆਪਾਂ ਅੰਦਰ ਬਾਹਰ ਵੀ ਉਸੇ ਫੋਨ ਨੂੰ ਹੱਥ ਲੱਗਿਆ ਹੁੰਦਾ, ਉਸੇ ਫੋਨ ਤੇ ਫਿਰ ਐਪ ਖੋਲ ਲੈਣੇ ਗੁਰਬਾਣੀ ਦੀ, ਤੇ ਫਿਰ ਗੁਰਬਾਣੀ ਵੀ ਖਾਂਦਿਆਂ ਪੀਂਦਿਆਂ ਵੀ ਗੁਰਬਾਣੀ ਦੀ ਐਪ ਨੂੰ ਹੱਥ ਲਾਈ ਜਾਂਦੇ ਹੁੰਦੇ ਆ। ਇਹ ਉਹ ਸ਼ਰਧਾ ਖਤਮ ਹੋ ਗਈ, ਗੁਰੂ ਦਾ ਡਰ ਖਤਮ ਹੋ ਗਿਆ ਸਾਡੇ ਅੰਦਰੋਂ, ਤਾਂ ਹੁਣ ਅਸਰ ਨਹੀਂ ਹੁੰਦਾ। ਇਹ ਤੁਹਾਨੂੰ ਗੱਲ ਸੁਣਾਉਣਾ ਇੱਕ 1921 to 3 ਸਮਥਿੰਗ। ਤਾਂ ਉਦੋਂ ਕੀ ਹੋਇਆ, ਦਿੱਲੀ ਦਾ ਇੱਕ ਸੋਭਾ ਸਿੰਘ ਨਾਮ ਦਾ ਬੰਦਾ ਸੀਗਾ, ਗਿਆਨੀ ਸੋਭਾ ਸਿੰਘ ਦਿੱਲੀ ਦਾ ਸੀਗਾ। ਉਸ ਨੂੰ ਅੰਗਰੇਜ਼ਾਂ ਨੇ ਉਹਦੇ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਸੀਗਾ, ਤਾਂ ਅੰਗਰੇਜ਼ ਉਸ ਟਾਈਮ ਤੇ ਸਿੱਖਾਂ ਦੇ ਵਿੱਚ ਲੜਾਈ ਪਾਉਣ ਦੀਆਂ ਬਹੁਤ ਹੀ ਮੂਵਮੈਂਟ ਤਿਆਰ ਕਰਦੇ ਰਹਿੰਦੇ ਸੀ। ਤਾਂ ਗਿਆਨੀ ਸੋਭਾ ਸਿੰਘ ਨੂੰ ਕਿਹਾ ਵੀ ਤੂੰ ਗਿਆਨੀ ਹੈ, ਤੂੰ ਕੋਈ ਨਾ ਕੋਈ ਨਵੀਂ ਕੋਈ ਮੂਵਮੈਂਟ ਤਿਆਰ ਕਰ, ਕੋਈ ਨਵੀਂ ਗੱਲ ਤਿਆਰ ਕਰ ਜਿਹਦੇ ਨਾਲ ਸਿੱਖਾਂ ਵਿੱਚ ਲੜਾਈ ਪਵੇ, ਆਪਸ ਵਿੱਚ ਲੜਨ ਇਹ। ਤਾਂ ਗਿਆਨੀ ਸੋਭਾ ਸਿੰਘ ਨੇ ਆਪਦਾ ਕੇਸ ਠੀਕ ਕਰਾਉਣ ਵਾਸਤੇ ਉਸ ਟਾਈਮ ਤੇ ਜਿਹੜੇ ਭਸੌੜੀਏ ਸੀ, ਭਸੌੜੀਏ ਗੁਰਬਾਣੀ ਦੇ ਉੱਤੇ ਕਿੰਤੂ ਪ੍ਰੰਤੂ ਬਹੁਤ ਕਰਦੇ ਸੀਗੇ, ਜਿਵੇਂ ਅੱਜ ਕੱਲ੍ਹ ਕਰਦੇ ਆ ਵੀ ਵਿੱਚ ਕਬੀਰ ਦਾ ਨਾਮ ਕਿਉਂ ਆ, ਵਿੱਚ ਰਾਮ ਦਾ ਨਾਮ ਕਿਉਂ ਗੁਰਬਾਣੀ ਦੇ ਵਿੱਚ ਅੱਲਾ ਕਿਉਂ ਲਿਖਿਆ, ਵਿੱਚ ਗੋਪਾਲ ਕਿਉਂ ਲਿਖਿਆ। ਅੱਜ ਕੱਲ੍ਹ ਬਹੁਤ ਸਾਰੇ ਲੋਕ ਗੁਰਬਾਣੀ ਦੇ ਉਲਟ ਵੀ ਬੋਲੀ ਜਾਂਦੇ ਆ। ਇਹ ਉਹ ਭਸੌੜੀਆਂ ਦੇ ਵਿੱਚੋਂ ਹੀ ਆ ਇਹ। ਸੋ ਉਸ ਨੇ ਕੀ ਕੀਤਾ, ਕੀ ਨਾਮ ਉਹਦਾ, ਗਿਆਨੀ ਸੋਭਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਆਪਦੇ ਹੱਥ ਨਾਲ ਲਿਖਿਆ। ਗੁਰੂ ਗ੍ਰੰਥ ਸਾਹਿਬ ਆਪਦੇ ਹੱਥ ਨਾਲ ਲਿਖ ਕੇ, ਬਟ ਵਿਦਆਊਟ ਰਾਗਮਾਲਾ। ਗੁਰੂ ਗ੍ਰੰਥ ਸਾਹਿਬ ਦੇ ਲਾਸਟ ਪੇਜ ਤੇ ਰਾਗਮਾਲਾ ਨਾਮ ਦੀ ਬਾਣੀ ਆ, ਤਾਂ ਉਹਨੇ ਰਾਗਮਾਲਾ ਨਹੀਂ ਲਿਖੀ, ਵਿਦਆਊਟ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਲਿਖ ਕੇ ਤਾਂ ਉਹ ਅਕਾਲ ਤਖਤ ਤੇ ਲੈ ਆਇਆ। ਜਦੋਂ ਅਕਾਲ ਤਖਤ ਤੇ ਲੈ ਆਇਆ ਉਹ, ਤਾਂ ਗੁਰੂ ਗ੍ਰੰਥ ਸਾਹਿਬ ਅਕਾਲ ਤਖਤ ਦੀ ਭੇਟਾ ਕਰਕੇ ਉੱਥੇ ਰੱਖ ਕੇ ਪ੍ਰਕਾਸ਼ ਕਰਕੇ, ਤਾਂ ਉਹ ਸਾਰੀ ਸੰਗਤ ਨੂੰ ਕਹਿੰਦਾ ਜੀ, ਕਹਿੰਦਾ ਆਹ ਗ੍ਰੰਥ ਸਾਹਿਬ ਪੜ੍ਹੋ, ਇਹ ਸਹੀ ਬਾਣੀ ਹੈ। ਰਾਗਮਾਲਾ ਵਾਲਾ ਜਿਹੜਾ ਗੁਰੂ ਗ੍ਰੰਥ ਆ ਉਹ ਸਹੀ ਗ੍ਰੰਥ ਨਹੀਂ ਆ, ਇਹ ਸਹੀ ਗ੍ਰੰਥ ਆ। ਤਾਂ ਉੱਥੇ ਜਿਹੜੀਆਂ ਸੰਗਤਾਂ ਸੀ ਤੇ ਹੋਰ ਸੰਗਤਾਂ ਨੇ ਵੀ ਸੁਣਿਆ ਜਦੋਂ, ਤਾਂ ਉਹ ਬਹੁਤ ਪਰੇਸ਼ਾਨ ਹੋ ਗਈਆਂ ਵੀ ਹੈ ਤਾਂ ਇਹ ਵੀ ਬਾਣੀ ਪਰ ਇਹਦੇ 'ਚ ਰਾਗਮਾਲਾ ਨਹੀਂ ਹੈ, ਇਹਨੂੰ ਅਸੀਂ ਮਾੜਾ ਕਿਵੇਂ ਕਹਿ ਸਕਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਦੀ ਵਿਦ ਰਾਗਮਾਲਾ ਅਸੀਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ, ਇਸ ਨੂੰ ਵੀ ਕਿਵੇਂ ਛੱਡ ਦਈਏ। ਫਿਰ ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਅਕਾਲ ਤਖਤ ਤੇ, ਕਹਿਣ ਲੱਗੇ ਸੀ ਸੱਚੇ ਪਾਤਸ਼ਾਹ, ਜੇ ਤਾਂ ਇਹ ਬਾਣੀ ਸੱਚੀ ਹੈ ਜਿਹੜੀ ਇਹ ਬੰਦਾ ਗੁਰੂ ਗ੍ਰੰਥ ਸਾਹਿਬ ਲੈ ਕੇ ਆਇਆ ਬਿਨਾਂ ਰਾਗਮਾਲਾ ਤੋਂ, ਜੇ ਤੁਸੀਂ ਇਸ ਬੰਦੇ ਨੂੰ 8 ਦਿਨਾਂ ਦੇ ਵਿੱਚ ਸਜ਼ਾ ਨਾ ਦਿੱਤੀ ਤਾਂ ਅਸੀਂ ਇਹਦਾ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਸ਼ੁਰੂ ਕਰ ਦਾਂਗੇ ਬਿਨਾਂ ਰਾਗਮਾਲਾ ਤੋਂ। ਸਾਰੀ ਸੰਗਤ ਨੇ ਅਰਦਾਸ ਕੀਤੀ। ਤਾਂ 8 ਦਿਨਾਂ ਤੋਂ ਪਹਿਲਾਂ ਉਸ ਬੰਦੇ ਦੀ, ਸੋਭਾ ਸਿੰਘ ਦੀ ਜੀਭ ਦੇ ਵਿੱਚ ਕੀੜੇ ਪੈ ਗਏ, ਉਹਦੀ ਜੀਭ ਦੇ ਵਿੱਚ ਜ਼ਖਮ ਬਣ ਗਏ ਤੇ ਕੀੜੇ ਪੈ ਗਏ, ਉਹਦੀ ਜੀਭ ਖਰਾਬ ਹੋ ਗਈ। ਤੇ ਉਸ ਬੰਦੇ ਨੇ 8 ਦਿਨਾਂ ਤੋਂ ਪਹਿਲਾਂ ਆ ਕੇ ਅਕਾਲ ਤਖਤ ਤੇ ਮਾਫੀ ਮੰਗੀ, ਕਹਿੰਦਾ ਮੇਰਾ ਇਹ ਰੀਜਨ ਸੀਗਾ ਤੇ ਮੈਂ ਗਲਤ ਕੰਮ ਕੀਤਾ, ਮੈਨੂੰ ਸਾਰੀ ਸੰਗਤ ਮਾਫ ਕਰੇ।
ਉਸਨੇ ਅਕਾਲ ਤਖਤ ਤੇ ਦੇਗ ਕਰਾਈ, ਅਰਦਾਸ ਕਰਾਈ, ਸਾਰੇ ਪੰਥ ਤੋਂ ਮਾਫੀ ਮੰਗੀ। ਫਿਰ ਜਾ ਕੇ ਉਹ ਹੌਲੀ ਹੌਲੀ ਉਹਦੀ ਜੀਭ ਠੀਕ ਹੋ ਗਈ, ਉਹ ਠੀਕ ਹੋ ਗਿਆ। ਆਪਦਾ ਗੁਰੂ ਗ੍ਰੰਥ ਸਾਹਿਬ ਉਹ ਸੀ ਜਿਹੜਾ, ਉਹ ਫਿਰ ਗੁਰੂ ਗ੍ਰੰਥ ਸਾਹਿਬ ਆਲਾ ਸਿੰਘ ਸੀ ਜਿਹੜੇ, ਰਾਜਾ ਆਲਾ ਸਿੰਘ, ਉਹ ਲੈ ਗਏ ਸੀਗੇ ਪਟਿਆਲੇ ਵਾਲੇ ਰਾਜਾ, ਉਹਨਾਂ ਦੇ ਕਹਿੰਦੇ ਹੈਗਾ ਹਲੇ ਵੀ। ਸੋ ਆਪਾਂ ਗੱਲ ਕਰ ਰਹੇ ਸੀ ਵੀ ਜੇ ਬੰਦੇ ਕੋਲ ਇਕੱਲੀ ਸਾਬਣ ਹੋਵੇ ਤੇ ਸ਼ਰਧਾ ਦਾ ਪਾਣੀ ਨਾ ਹੋਵੇ, ਹਨਾ, ਜੇ ਸਾਬਣ ਹੋਵੇ ਪਾਣੀ ਨਾ ਹੋਵੇ, ਕੱਪੜੇ ਤੇ ਘਸਾਈ ਜਾਓ ਤੇ ਕੱਪੜੇ ਨੇ ਕਿੱਥੇ ਨਿਖਰਨਾ। ਇਵੇਂ ਜਿਵੇਂ ਇਕੱਲਾ ਨਾਮ ਹੀ ਜੀਭ ਦੇ ਨਾਲ ਜਪੀ ਜਾਓਗੇ, ਜੇ ਅੰਦਰ ਸ਼ਰਧਾ ਨਾ ਹੋਵੇ ਤਾਂ ਫਿਰ ਸਾਡੀ ਮੈਲ ਅੰਦਰ ਦੀ ਕਿਵੇਂ ਨਿਕਲੂਗੀ। ਸ਼ਰਧਾ ਹੋਣੀ ਬਹੁਤ ਜ਼ਰੂਰੀ ਹੈ ਨਾਮ ਜਪਣ ਦੇ ਨਾਲ ਨਾਲ। ਆਪਾਂ ਗੱਲ ਇਹ ਕਰਦੇ ਸੀ ਵੀ ਹੁਣ ਵੀ ਕਿੰਨੀਆਂ ਅਰਦਾਸਾਂ ਹੁੰਦੀਆਂ, ਕਿਸੇ ਦਾ ਕੋਈ ਰਿਜ਼ਲਟ ਆਉਂਦਾ, ਕਿਸੇ ਦਾ ਕੋਈ ਵੀ ਰਿਜ਼ਲਟ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਪਾੜੇ ਕੋਈ ਰਿਜ਼ਲਟ ਨਹੀਂ ਆਇਆ, ਅਕਾਲ ਤਖਤ ਤੋਂ ਗਲਤ ਹੁਕਮਨਾਮੇ ਜਾਰੀ ਹੋਏ, ਕਿਸੇ ਦਾ ਕੋਈ ਰਿਜ਼ਲਟ ਨਹੀਂ ਆਇਆ। ਕਾਰਨ ਇਹੋ ਹੀ ਕਿ ਸਾਡੇ ਅੰਦਰ ਸ਼ਰਧਾ ਨਹੀਂ ਰਹਿ ਗਈ। ਨਾ ਸਾਨੂੰ ਸਿਖਾਉਣ ਵਾਲਿਆਂ ਦੇ ਵਿੱਚ ਸ਼ਰਧਾ ਤੇ ਨਾ ਸਾਡੇ ਸਿੱਖਣ ਵਾਲਿਆਂ ਦੇ ਵਿੱਚ ਸ਼ਰਧਾ, ਨਾ ਸਾਨੂੰ ਨਾਮ ਜਪਾਉਣ ਵਾਲਿਆਂ ਦੇ ਵਿੱਚ ਸ਼ਰਧਾ ਤੇ ਨਾ ਹੀ ਨਾਮ ਜਪਣ ਵਾਲਿਆਂ ਦੇ ਵਿੱਚ ਸ਼ਰਧਾ। ਇਹ ਸ਼ਰਧਾ ਸਾਡੇ ਅੰਦਰੋਂ ਖਤਮ ਹੋ ਗਈ। ਇਸ ਕਰਕੇ ਨਾਮ ਰੂਪੀ ਸਾਬਣ ਆ ਜਿਹੜੀ, ਉਹ ਸਾਡੇ ਤਨ ਰੂਪੀ ਕੱਪੜੇ ਦੇ ਉੱਤੇ ਅਸਰ ਨਹੀਂ ਪਾਉਂਦੀ, ਕਿਉਂਕਿ ਸਾਡੇ ਅੰਦਰ ਸ਼ਰਧਾ ਰੂਪੀ ਪਾਣੀ ਨਹੀਂ ਆ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਜੇ ਮਤ ਪਾਪਾਂ ਦੇ ਨਾਲ ਭਰ ਜੇ ਨਾ, ਤੇ ਇਸ ਮਤ ਨੂੰ, ਇਸ ਬੁੱਧੀ ਨੂੰ ਸਾਫ਼ ਤੇ ਪਵਿੱਤਰ ਬਣਾਉਣ ਵਾਸਤੇ ਨਾਮ ਰੂਪੀ ਸਾਬਣ ਦੀ ਤੇ ਸ਼ਰਧਾ ਰੂਪੀ ਪਾਣੀ ਦੀ ਜ਼ਰੂਰਤ ਆ, ਉਹਦੇ ਨਾਲ ਧੋਤਾ ਜਾ ਸਕਦਾ। ਦੈਨ ਅੱਗੇ, ਪੁੰਨੀ ਪਾਪੀ ਆਖਣ ਨਾਹੀਂ, ਪਾਪੀ ਤੇ ਵਿਸ਼ਰਾਮ ਆਊਗਾ। ਪੁੰਨੀ ਪਾਪੀ ਵਿਸ਼ਰਾਮ, ਆਖਣ ਨਾਹੀਂ, ਇਹ ਉਚਾਰਨ ਪੰਕਤੀ ਵਿੱਚ ਸਾਰੇ ਠੀਕ ਹੈ। ਨਾ ਹੀ ਕਹਿੰਦੇ ਆ ਸਾਰੇ, ਆਖਣ ਨਾ ਹੈ। ਸੋ ਇਸ ਦਾ ਅਰਥ ਹੈ, ਗੁਰੂ ਜੀ ਕਹਿੰਦੇ ਹਨ ਕਿ ਮੂੰਹ ਨਾਲ ਕਹਿਣ ਕਰਕੇ ਆਦਮੀ ਪੁੰਨੀ ਜਾਂ ਪਾਪੀ ਨਹੀਂ ਬਣਦਾ। ਜਿਹੜੀ ਹੁਣ ਆਪਾਂ ਗੱਲ ਕਰਕੇ ਹਟੇ ਹਾਂ ਵੀ ਮੂੰਹ ਨਾਲ ਕੁਛ ਮਰਜ਼ੀ ਨਾਮ ਜਪੀ ਜਾਓ, ਪੁੰਨ ਦਾਨ ਕਰੀ ਜਾਓ, ਆਪਣੇ ਆਪ ਨੂੰ ਪੁੰਨੀ ਕਹੀ ਜਾਓ, ਆਪਣੇ ਆਪ ਨੂੰ ਪਾਪੀ ਕਹੀ ਜਾਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਈ ਲੋਕ ਆਪਣੇ ਆਪ ਨੂੰ ਚੰਗਾ ਅਖਵਾਉਣ ਵਾਸਤੇ ਜਾਣ ਕੇ ਕਹੀ ਜਾਣਗੇ, ਮੈਂ ਤਾਂ ਪਾਪੀ ਬੰਦਾ ਜੀ, ਮੈਂ ਤਾਂ ਪਾਪੀ ਬੰਦਾ ਜੀ। ਉਹਨਾਂ ਦਾ ਇਰਾਦਾ ਹੁੰਦਾ ਵੀ ਸਾਹਮਣੇ ਵਾਲਾ ਕਹੇ, ਨਹੀਂ ਨਹੀਂ ਜੀ ਤੁਸੀਂ ਤਾਂ ਬਹੁਤ ਚੰਗੇ ਬੰਦੇ ਹੋ। ਏਦਾਂ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਕੋਈ ਮੂੰਹ ਨਾਲ ਕਹਿਣ ਕਰਕੇ ਪੁੰਨੀ ਜਾਂ ਪਾਪੀ ਨਹੀਂ ਬਣਦਾ। ਪੁੰਨੀ ਉਹ ਲੋਕ ਹਨ ਜੋ ਵਾਹਿਗੁਰੂ ਦਾ ਨਾਮ ਜਪ ਕੇ ਵਿਕਾਰਾਂ ਦੀ ਗੰਦਗੀ ਤੋਂ ਸ਼ੁੱਧ ਹੋ ਗਏ ਹਨ, ਜਿਹੜੇ ਅੰਦਰੋਂ ਰੀਅਲੀ ਤੌਰ ਤੇ ਸ਼ੁੱਧ ਹੋ ਗਏ ਹਨ ਨਾਮ ਜਪ ਕੇ। ਪਾਪੀ ਉਹ ਲੋਕ ਹਨ ਜੋ ਮਨ ਦੇ ਵਿਕਾਰਾਂ ਨਾਲ ਲੁਪਤ ਹੋ ਕੇ, ਮਸਤ ਹੋ ਕੇ ਫਿਰ ਰਹੇ ਹਨ। ਇਸ ਤਰ੍ਹਾਂ ਕੋਈ, ਗੁਰੂ ਜੀ ਕਹਿੰਦੇ, ਕੋਈ ਮੂੰਹ ਨਾਲ ਕਹਿਣ ਦੇ ਨਾਲ ਪੁੰਨੀ ਜਾਂ ਪਾਪੀ ਨਹੀਂ ਹੋ ਜਾਂਦਾ। ਅਸੀਂ ਐਵੇਂ ਕਹੀ ਜਾਂਦੇ ਹੁੰਦੇ, ਆਹ ਬੰਦਾ ਤਾਂ ਬੜਾ ਗੁਰਮੁਖ ਹੈ ਜੀ, ਆਓ ਜੀ ਗੁਰਮੁਖੋ, ਹਰ ਇੱਕ ਨੂੰ ਗੁਰਮੁਖ ਕਹਿ ਦਿੰਦੇ ਹਾਂ ਅਸੀਂ। ਜੇ ਕੋਈ ਘਰੇ ਆਇਆ ਹੋਵੇ, ਆਓ ਜੀ ਗੁਰਮੁਖੋ, ਜਲ ਛਕੋ ਜੀ ਗੁਰਮੁਖੋ, ਆਹ ਬੰਦਾ ਬੜਾ ਗੁਰਮੁਖ ਹੈ। ਸਵੇਰੇ ਉੱਠ ਕੇ ਕਦੇ ਉਸਨੇ ਜਪਜੀ ਸਾਹਿਬ ਦਾ ਨਾਮ ਪਾਠ ਨਹੀਂ ਕੀਤਾ ਹੁੰਦਾ, ਤੇ ਉਹਦਾ ਮਾੜਾ ਜਾਂ ਕੋਈ ਕੰਮ ਹੋਵੇ ਜਾਂ ਉਹ ਤੋਂ ਅਸੀਂ ਕੰਮ ਲੈਣਾ ਹੋਵੇ, ਐਵੇਂ ਕਹੀ ਜਾਵਾਂਗੇ, ਬੜਾ ਗੁਰਮੁਖ ਹੈ ਜੀ, ਬੜਾ ਗੁਰਮੁਖ ਹੈ ਜੀ। ਸੋ ਰੋਂਗ ਹੈ ਇਹ ਥਿੰਕ। ਜੇ ਠੀਕ ਆ ਉਹਦੀ ਵਡਿਆਈ ਕਰਨੀ, ਹੋਰ ਸ਼ਬਦਾਂ 'ਚ ਕਰੋ ਬੜਾ ਗੁਰਮੁਖ, ਬੜਾ ਸਿਆਣਾ, ਬੜਾ ਗੁਰਸਿੱਖ ਨਹੀਂ। ਤੇ ਜਿਹੜੇ ਗੁਰਸਿੱਖ ਉਹ ਤਾਂ ਆਪਣੇ ਆਪ ਨੂੰ ਹੋਂਦੇ ਹੀ ਨਹੀਂ, ਇਹ ਤਾਂ ਦੂਜੇ ਨੂੰ ਡਾਂਟ ਦਿੰਦੇ, ਨਹੀਂ ਭਾਈ ਮੈਂ ਤਾਂ ਮਹਾਰਾਜ ਦਾ ਬੰਦਾ, ਬਸ ਜਿੰਨੇ ਉਹ ਕਰਾਉਂਦਾ ਕਰਾ ਲੈਂਦਾ, ਮੈਂ ਗੁਰਮੁਖ ਗੁਰਸਿੱਖ ਨਹੀਂ ਆ, ਇੰਨੀ ਮੇਰੀ ਕਮਾਈ ਨਹੀਂ ਆ, ਹੈ ਨਾ, ਇਸ ਤਰ੍ਹਾਂ। ਸੋ ਗੁਰੂ ਮਹਾਰਾਜ ਜੀ ਕਹਿੰਦੇ ਕੋਈ ਮੂੰਹ ਨਾਲ ਕਹਿਣ ਨਾਲ ਕੋਈ ਆਦਮੀ ਪੁੰਨੀ ਜਾਂ ਪਾਪੀ ਨਹੀਂ ਹੁੰਦਾ। ਅਸੀਂ ਕਿਸੇ ਨੂੰ ਪੁੰਨੀ ਬੰਦੇ ਨੂੰ ਪਾਪੀ ਕਹੀ ਜਾਵਾਂਗੇ ਤੇ ਬਹੁਤ ਲੋਕ ਚੰਗੇ ਬੰਦੇ ਨੂੰ ਮਾੜਾ ਕਹੀ ਜਾਂਦੇ ਆ, ਤੇ ਉਹਨਾਂ ਦੇ ਕਹਿਣ ਨਾਲ ਬੰਦਾ ਮਾੜਾ ਥੋੜਾ ਹੀ ਹੋ ਜਾਂਦਾ। ਤੇ ਜੇ ਅਸੀਂ ਪਾਪੀ ਨੂੰ ਕਹੀ ਜਾਵਾਂਗੇ ਬੜਾ ਪੁੰਨੀ ਆ ਜੀ, ਤਾਂ ਲੋਕ ਤਾਰੀਫ ਕਰੀ ਜਾਂਦੇ। ਅੱਜ ਕੱਲ੍ਹ ਗਲਤ ਬੰਦਿਆਂ ਦੀ ਬਹੁਤ ਤਾਰੀਫ ਕਰਦੇ ਆ, ਤੇ ਜੇ ਗਲਤ ਬੰਦੇ ਦੀ ਤਾਰੀਫ ਕਰਨ ਦੇ ਨਾਲ ਉਹ ਜੇ ਪੁੰਨੀ ਬਣ ਜੇ, ਪਾਪੀ ਬੰਦਾ, ਉਹ ਪੁੰਨੀ ਨਹੀਂ ਬਣ ਸਕਦਾ, ਗੁਰੂ ਜੀ ਕਹਿੰਦੇ ਆ। ਦੈਨ ਕਰ ਕਰਨਾ ਲਿਖ ਲੈ ਜਾਹੋ, ਕਰਨਾ ਤੇ ਵਿਸ਼ਰਾਮ ਹੈ, ਕਰਨਾ ਤੇ ਵਿਸ਼ਰਾਮ ਹੈ। ਕਰ ਕਰਨਾ ਵਿਸ਼ਰਾਮ, ਲਿਖ ਲੈ ਜਾਹੋ। ਇਸ ਤਰ੍ਹਾਂ ਹਾਹੀ ਨੌਕੜ ਜਾਓ ਨਹੀਂ ਬੋਲਣਾ, ਲਿਖ ਲੈ ਜਾਓ ਨਹੀਂ ਬੋਲਣਾ, ਹਾਹੀ ਨੌਕੜ ਲੱਗੀ ਜੱਜੇ ਕੰਨਾ ਹਾਹੇ ਔਂਕੜ ਜਾਹੋ। ਇਸ ਤਰ੍ਹਾਂ
ਕਰ ਕਰ ਕਰਨਾ ਲਿਖ ਲੈ ਜਾਓ। ਇਸ ਤਰ੍ਹਾਂ ਇਸ ਦਾ ਮਤਲਬ ਹੈ ਕਿ ਗੁਰੂ ਜੀ ਕਹਿੰਦੇ ਮਨੁੱਖ ਨੂੰ ਉਸਦੇ ਕੀਤੇ ਹੋਏ ਕਰਮਾਂ ਕਰਕੇ ਹੀ ਧਰਮਰਾਜ ਦੀ ਦਰਗਾਹ ਦੇ ਵਿੱਚ ਤਲਬ ਕੀਤਾ ਜਾਂਦਾ ਹੈ, ਜਾਂ ਕਹਿ ਲਓ ਖੜਾ ਕੀਤਾ ਜਾਂਦਾ ਹੈ। ਧਰਮਰਾਜ ਦੇ ਦੋ ਮੰਤਰੀ ਹਨ, ਚਿੱਤਰ ਤੇ ਗੁਪਤ। ਚਿੱਤਰ ਜੋ ਹੈ ਜੋ ਸਰੀਰ ਨਾਲ ਕੀਤੇ ਹੋਏ ਦਿਨ ਦੇ ਕਰਮਾਂ ਦਾ ਹਿਸਾਬ ਲਿਖ ਕੇ ਲੈ ਜਾਂਦਾ ਹੈ, ਤੇ ਜੋ ਗੁਪਤ ਹੈ ਉਹ ਸਾਡੇ ਮਨ ਅਤੇ ਦਿਮਾਗ ਨਾਲ ਕੀਤੇ ਹੋਏ ਬੁਰੇ ਕਰਮ ਜੋ ਦਿਖਾਈ ਨਹੀਂ ਦਿੰਦੇ ਪਰ ਸੋਚ ਕੇ ਕਰਦੇ ਆ, ਜਾਂ ਰਾਤ ਦੇ ਹਨੇਰੇ ਵਿੱਚ ਸਰੀਰ ਕਰਕੇ ਕੀਤੇ ਹੋਏ ਪਾਪ ਲਿਖ ਕੇ ਲੈ ਜਾਂਦਾ। ਸੋ ਇਸ ਤਰ੍ਹਾਂ ਕਰ ਕਰ ਕਰਨਾ ਜੋ ਅਸੀਂ ਕਰਦੇ ਹਾਂ ਤਾਂ ਧਰਮਰਾਜ ਦੇ ਦੂਤ ਜੋ 24 ਆਵਰਜ ਸਾਡੇ ਨਾਲ ਰਹਿੰਦੇ ਆ, ਉਸ ਦਾ ਇੱਕ ਦਾ ਨਾਮ ਚਿੱਤਰ ਹੈ ਤੇ ਦੂਜੇ ਦਾ ਨਾਮ ਗੁਪਤ ਹੈ। ਜਿਵੇਂ ਕਿ ਸਿਕਿਉਰਿਟੀ ਵਾਲਾ ਰਾਤ ਦੀ ਡਿਊਟੀ ਬਦਲ ਗਈ, ਫਿਰ ਦਿਨ ਵਾਲਾ ਆ ਜਾਂਦਾ, ਫਿਰ ਰਾਤ ਵਾਲਾ ਆ ਜਾਂਦਾ, ਫਿਰ ਦਿਨ ਵਾਲਾ ਆ ਜਾਂਦਾ। ਜਿਹੜੀ 24 ਆਵਰਸ ਡਿਊਟੀ ਹੁੰਦੀਆਂ ਉਹਦੀ ਉਹ ਬਣੀਆਂ ਹੁੰਦੀਆਂ ਵੀ ਸਵੇਰੇ ਤੇ ਸ਼ਾਮ ਦੀਆਂ। ਤਾਂ ਇਸ ਤਰੀਕੇ ਨਾਲ ਜਿਹੜਾ ਚਿੱਤਰ ਹੈ ਉਹ ਸਾਡੇ ਦਿਨ ਦੇ ਹਿਸਾਬ ਕਿਤਾਬ ਲਿਖ ਕੇ ਉਹ ਸਾਡੇ ਨਾਲ ਰਹਿੰਦਾ, ਦਿਨ ਦੇ ਹਿਸਾਬ ਕਿਤਾਬ ਲਿਖਦਾ ਰਹਿੰਦਾ। ਲੈ ਜਾਓ, ਫਿਰ ਉਹ ਸ਼ਾਮ ਨੂੰ ਲੈ ਜਾਂਦਾ ਲਿਖ ਕੇ, ਫਿਰ ਰਾਤ ਵਾਲਾ ਆ ਜਾਂਦਾ। ਫਿਰ ਸਾਡੇ ਰਾਤ ਦੇ ਕੀਤੇ ਹੋਏ ਕਰਮ ਜਾਂ ਅਸੀਂ ਮਨ ਦੇ ਵਿੱਚ ਜੋ ਸੋਚਦੇ ਹਾਂ ਉਹ ਫਿਰ ਜਦੋਂ ਰਾਤ ਨੂੰ ਸਵੇਰੇ ਹੋਇਆ ਵਾਪਸ ਜਾਂਦਾ, ਉਹ ਲਿਖ ਕੇ ਲੈ ਜਾਂਦਾ, ਲਿਖ ਲੈ ਜਾਓ, ਲਿਖ ਕੇ ਲੈ ਜਾਂਦਾ। ਇਸ ਤਰੀਕੇ ਨਾਲ ਗੁਰੂ ਜੀ ਕਹਿੰਦੇ ਕਿ ਮਨੁੱਖ ਨੂੰ ਉਸ ਦੇ ਕੀਤੇ ਹੋਏ ਕਰਮਾਂ ਕਰਕੇ ਹੀ ਧਰਮਰਾਜ ਦੀ ਦਰਗਾਹ ਦੇ ਵਿੱਚ ਤਲਬ ਕੀਤਾ ਜਾਂਦਾ ਹੈ। ਉਸ ਦੇ ਜਿਹੜੇ ਜਮਦੂਤ ਹੈ ਉਸ ਦੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਹੀ ਉਸ ਨੂੰ ਲੈ ਕੇ ਜਾਂਦੇ ਆ, ਤੇ ਉਸ ਦੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਹੀ ਉੱਥੇ ਉਸ ਨੂੰ ਤਲਬ ਕੀਤਾ ਜਾਂਦਾ, ਭਾਵ ਸਜ਼ਾ ਦਿੱਤੀ ਜਾਂਦੀ ਆ। ਆਪੇ ਬੀਜ ਆਪੇ ਹੀ ਖਾਓ, ਬੀਜ ਤੇ ਵਿਸ਼ਰਾਮ ਆਊਗਾ। ਆਪੇ ਬੀਜ ਵਿਸ਼ਰਾਮ, ਆਪੇ ਹੀ ਖਾਓ। ਖਾਓ ਨਹੀਂ ਬੋਲਣਾ, ਖੱਖੇ ਕੰਨਾ ਹਾਹੇ ਔਂਕੜ ਖਾਓ। ਇਹ ਖਾਓ ਆਪਾਂ ਜਿਹੜੇ ਲੌਂਗ ਸਾਊਂਡ ਦਿੰਦੇ ਆ ਨਾ, ਖਾਓ ਦਿੱਤੀ ਤੇ ਜਾਂ ਜਾਹੋ, ਤੇ ਇਹ ਸਿਰਫ ਸਿੱਖਣ ਵਾਸਤੇ ਆ। ਉਂਝ ਤਾਂ ਨੋਰਮਲੀ ਅਸੀਂ ਪੜ੍ਹਨਾ ਹੁੰਦਾ ਆਪੇ ਬੀਜ ਆਪੇ ਹੀ ਖਾਓ, ਇੰਨਾ ਕੀ ਸਾਊਂਡ ਦੇਣਾ ਹੁੰਦਾ। ਸੋ ਖਾਓ ਬੋਲਣਾ, ਖਾਓ ਨਹੀਂ ਬੋਲਣਾ ਹੈ। ਤਾਂ ਆਪੇ ਬੀਜ ਆਪੇ ਹੀ ਖਾਓ। ਤੋ ਇਸ ਦਾ ਅਰਥ ਹੈ ਕਿ ਵਾਰ-ਵਾਰ ਕੀਤੇ ਚੰਗੇ ਮਾੜੇ ਕੰਮ, ਚੰਗੇ ਤੇ ਮਾੜੇ ਕੰਮ, ਵਾਰ-ਵਾਰ ਕੀਤੇ ਚੰਗੇ ਮਾੜੇ ਕੰਮ ਸਾਡੇ ਦਿਮਾਗ ਵਿੱਚ ਛਪ ਜਾਂਦੇ ਆ, ਤੇ ਫਿਰ ਜੀਵ ਮਿੱਟੀ ਰੂਪੀ ਸਰੀਰ ਵਿੱਚ ਕਰਮਾਂ ਰੂਪੀ ਬੀਜ ਬੀਜਦਾ। ਇਹ ਜਿਹੜੇ ਸਾਡੇ ਬੀਜ ਬੀਜੇ ਜਾਂਦੇ ਨਾ ਚੰਗੇ ਮਾੜੇ ਕਰਮਾਂ ਦੇ, ਜਿਵੇਂ ਸਰੀਰ ਮਿੱਟੀ ਦੇ ਵਿੱਚ ਆਪਾਂ ਬੀਜ ਪਾਉਣੇ, ਫਿਰ ਉੱਗਦਾ ਤਾਂ ਬੀਜ ਅਸੀਂ ਸਿੱਧਾ ਨਹੀਂ ਪਾ ਦਿੰਦੇ। ਬੀਜ ਨੂੰ ਅਸੀਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਣੇ, ਫਿਰ ਉਹਨੂੰ ਧੋਣੇ ਆ, ਸਾਫ਼ ਕਰਦੇ ਆ, ਫਿਰ ਉਹਦਾ ਜਿਹੜਾ ਬੀਜਣ ਦਾ ਆਈਡੀਆ ਜਾਂ ਤਰੀਕਾ ਹੁੰਦਾ ਉਸ ਦੇ ਅਨੁਸਾਰ ਅਸੀਂ ਉਸ ਨੂੰ ਧਰਤੀ 'ਚ ਬੀਜਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਐਵੇਂ ਹੀ ਇਹ ਪਾਪ ਬੰਦਾ ਸਿੱਧੇ ਇੱਕਦਮ ਨਹੀਂ ਕਰ ਲੈਂਦਾ। ਜੋ ਪਾਪ ਕਰਦਾ, ਜੋ ਵੀ ਮਾੜੇ ਕੰਮ ਕਰਦਾ, ਉਹ ਐ ਨਹੀਂ ਵੀ ਬਸ ਕਰਤਾ ਨਹੀਂ, ਉਹਦੇ ਦਿਮਾਗ 'ਚ ਪਹਿਲਾਂ ਤਿਆਰ ਹੁੰਦਾ। ਬੰਦੇ ਦੇ ਦਿਮਾਗ 'ਚ ਇੱਕ ਮੂਵਮੈਂਟ ਬਣਦੀ, ਮੈਂ ਇਹ ਕੰਮ ਕਰਨਾ। ਉਸ ਕੰਮ ਨੂੰ ਕਰਨ ਵਾਸਤੇ ਕਿੰਨੀ ਵਾਰ ਸੋਚਦਾ, ਵਾਰ-ਵਾਰ ਸੋਚਦਾ ਐਂਡ ਫਿਰ ਉਹ ਆਖਰ ਤੇ ਆ ਕੇ ਉਹ ਕਰਮ ਨੂੰ ਕਰ ਦਿੰਦਾ, ਯਾਨੀ ਕਿ ਉਹ ਬੀਜ ਪਾ ਦਿੰਦਾ ਆਪਦੇ ਸਰੀਰ ਦੇ ਵਿੱਚ, ਉਹ ਕਰਮ ਕਰ ਲੈਂਦਾ, ਆਪਦੇ ਪਾਪਾਂ ਰੂਪੀ ਬੀਜ ਨੂੰ ਬੀਜ ਦਿੰਦਾ। ਪਰ ਬੀਜਦਾ ਪਹਿਲਾਂ ਵਾਰੀ ਸੋਚਦਾ। ਤਾਂ ਗੁਰੂ ਜੀ ਕਹਿੰਦੇ ਆਪੇ ਬੀਜ ਆਪੇ ਹੀ ਖਾਓ। ਮਾੜੇ ਕੰਮ ਮਾੜਾ ਸੋਚ ਕੇ ਦਿਮਾਗ ਦੇ ਵਿੱਚ ਮਾੜੀਆਂ ਗੱਲਾਂ ਬਿਠਾ ਕੇ ਫਿਰ ਉਹ ਮਾੜੇ ਕੰਮ ਕਰਦਾ। ਤਾਂ ਆਪੇ ਹੀ ਮਨੁੱਖ ਬੀਜਦਾ ਤੇ ਬਾਅਦ ਵਿੱਚ ਜੀਵ ਆਪਣੇ ਕੀਤੇ ਹੋਏ ਕਰਮਾਂ ਦਾ ਆਪ ਹੀ ਫਲ ਭੋਗਦਾ। ਇਸ ਕਰਕੇ ਧਰਮਰਾਜ ਜਾਂ ਉਸ ਦੇ ਚਿੱਤਰਗੁਪਤ ਜਾਂ ਹੋਰ ਕੋਈ ਮਨੁੱਖ ਕੁਝ ਵੀ ਨਹੀਂ ਕਰ ਸਕਦੇ। ਬਸ ਜੀਵ ਆਪ ਹੀ ਬੀਜਦਾ ਤੇ ਆਪ ਹੀ ਖਾਂਦਾ ਹੈ। ਨਾਨਕ ਹੁਕਮੀ ਆਵਹੁ ਜਾਹੋ, ਇਹ ਹੁਕਮੀ ਤੇ ਵਿਸ਼ਰਾਮ ਆਊਗਾ। ਨਾਨਕ ਹੁਕਮੀ ਵਿਸ਼ਰਾਮ ਆਵਹੁ ਜਾਹੋ, ਇਸ ਤਰ੍ਹਾਂ ਇਹ ਆਵੋ ਜਾਓ ਨਹੀਂ ਬੋਲਣਾ। ਨਾਨਕ ਹੁਕਮੀ ਆਵੋ ਜਾਓ ਐ ਨਹੀਂ ਬੋਲਣਾ, ਰੌਂਗ ਹੈ ਇਹ। ਹਾਹਾ ਬੋਲਣਾ, ਆਵੋ ਤੇ ਵੀ ਹਾਹਾ ਲੱਗਿਆ ਹੋਇਆ, ਜਾਹੋ ਤੇ ਵੀ ਹਾਹਾ ਲੱਗਿਆ। ਆਵੋ ਜਾਹੋ ਥੋੜੀ ਸਾਊਂਡ ਦੇਣੀ, ਲੌਂਗ ਸਾਊਂਡ ਨਹੀਂ ਦੇਣੀ।
ਨਾਨਕ ਹੁਕਮੀ ਆਵੋ ਜਾਹੋ। ਇਸ ਤਰ੍ਹਾਂ ਬਸ ਇੰਨਾ ਹੀ ਉਚਾਰਨ ਕਰਨਾ ਇਸ ਤਰੀਕੇ ਨਾਲ। ਤੇ ਨਾਨਕ ਦਾ ਮਤਲਬ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੀਵ ਵਾਹਿਗੁਰੂ ਦੇ ਹੁਕਮ ਵਿੱਚ ਹੀ ਜਨਮ ਲੈਂਦਾ ਹੈ। ਆਵੋ ਮਤਲਬ ਜਨਮ ਲੈ ਕੇ ਆਉਂਦਾ ਹੈ ਅਤੇ ਆਪਣੇ ਕੀਤੇ ਹੋਏ ਕਰਮਾਂ ਦੇ ਫਲ ਭੋਗ ਕੇ ਹੁਕਮ ਅਨੁਸਾਰ ਹੀ ਮਰ ਜਾਂਦਾ ਹੈ। ਜਾਹੋ ਮਤਲਬ ਮਰ ਕੇ ਚਲਾ ਜਾਂਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਆ ਸਾਨੂੰ ਕਿ ਜੋ ਜੀਵ ਹੈ ਵਾਹਿਗੁਰੂ ਦੇ ਹੁਕਮ ਵਿੱਚ ਹੀ ਜਨਮ ਲੈਂਦਾ ਤੇ ਫਿਰ ਜਨਮ ਤੋਂ ਬਾਅਦ ਇੱਥੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗ ਕੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਸੰਸਾਰ ਤੋਂ ਚਲਾ ਜਾਂਦਾ। ਇੱਥੋਂ ਤੱਕ ਅਸੀਂ 20 ਪੌੜੀਆਂ ਦੇ ਅਰਥ, ਉਚਾਰਨ, ਵਿਸ਼ਰਾਮ ਅਤੇ ਪ੍ਰਮਾਣ ਸਰਵਣ ਕੀਤੇ ਆ। ਮੀਨਿੰਗ ਤੇ ਪ੍ਰੋਨਾਂਸੀਏਸ਼ਨ, ਪੰਕਚੁਏਸ਼ਨ ਐਂਡ ਐਗਜ਼ਾਮਪਲਸ। 20 ਪੌੜੀਆਂ ਇੱਥੋਂ ਤੱਕ ਅਸੀਂ ਪੜ੍ਹ ਲਈਆਂ। ਇਸ ਤੋਂ ਅੱਗੇ ਜੋ ਹੈ ਉਹ ਅਸੀਂ ਅਗਲੇ ਪਾਠ ਦੇ ਵਿੱਚ ਸੁਣਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।